ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਹੋਣਾ ਦੇ ਜੀਵਨ ਪ੍ਰਸੰਗ ਦੀ ਜੋ ਅਗਲੀ ਕਥਾ ਵਿਚਾਰ ਹੈ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇੱਕ ਨਾ ਭਾਈ ਧਰਮ ਸਿੰਘ ਜੀ ਹੋਏ ਆ, ਇਹਨਾਂ ਦਾ ਪਿੰਡ ਸੀਗਾ ਜੈਜੋ ਪਿੰਡ। ਇਹ ਭਾਈ ਧਰਮ ਸਿੰਘ ਹੁਣੀ ਇਹ ਜਦੋਂ ਵੀ ਮੱਸਿਆ ਹੁੰਦੀ ਸੀ, ਇਹ ਮੱਸਿਆ ਦੇ ਵਿੱਚ ਨਾ ਸੰਗਤ ਲੈ ਕੇ ਆਪਣੇ ਪਿੰਡ ਦੀ ਤਰਨ ਸਾਹਿਬ ਪਹੁੰਚਦੇ ਹੁੰਦੇ ਸੀ ਅਤੇ ਇੱਥੇ ਹੈ ਨਾ ਮੱਸਿਆ ਦੇ ਉੱਤੇ ਦੁੱਧ ਅਤੇ ਖੋਏ ਦਾ ਲੰਗਰ ਜਿਹੜਾ ਸੀਗਾ ਉਹ ਸੰਗਤਾਂ ਨੂੰ ਛਕਾਉਂਦੇ ਹੁੰਦੇ ਸੀ। ਇੱਕ ਵਾਰ ਜਦੋਂ ਇਹ ਆਪਣੇ ਹੈ ਨਾ ਰੋਜ਼ਾਨਾ ਨੇਮ ਦੇ ਅਨੁਸਾਰ ਜਦ ਮੱਸਿਆ 'ਤੇ ਆਏ, ਅਚਨਚੇਤ ਨਾ ਭਾਈ ਧਰਮ ਸਿੰਘ ਦੇ ਜਿਹੜਾ ਆਪਣੇ ਬੱਖੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਜਦ ਦਰਦ ਹੋਣਾ ਸ਼ੁਰੂ ਹੋ ਗਿਆ, ਦਰਦ ਜਿਹੜਾ ਸੀਗਾ ਬਹੁਤ ਜ਼ੋਰ ਨਾਲ ਹੋਣਾ ਸ਼ੁਰੂ ਹੋਇਆ ਅਤੇ ਉੱਥੇ ਨਾ ਸੰਤ ਬਾਬਾ ਜਵਾਲਾ ਸਿੰਘ ਜੀ ਪਹੁੰਚੇ ਹੋਏ ਸੀ। ਅਤੇ ਜਦੋਂ ਜਿਹੜੀ ਨਾਲ ਦੀ ਸੰਗਤ ਨੇ ਨਾ ਬਾਬਾ ਜਵਾਲਾ ਸਿੰਘ ਨੂੰ ਦੱਸਿਆ ਕਿ ਭਾਈ ਧਰਮ ਸਿੰਘ ਹੋਣਾ ਦੇ ਜਿਹੜੀ ਬੱਖੀ ਦੇ ਵਿੱਚ ਉਹ ਦਰਦ ਬੜੇ ਜ਼ੋਰ ਨਾਲ ਹੋਣ ਦੀ ਆ। ਸੋ ਇਹਨਾਂ ਦੀ ਜਿਹੜੀ ਪ੍ਰੇਮ ਅਤੇ ਸੇਵਾ ਨੂੰ ਦੇਖਦੇ ਹੋਏ ਹੈ ਨਾ ਉਸੇ ਟਾਈਮ ਬਾਬਾ ਜਵਾਲਾ ਸਿੰਘ ਜੀ ਉੱਠ ਕੇ ਕੋਲ ਆਏ। ਉਹਨਾਂ ਨੇ ਆ ਕੇ ਨਾ ਭਾਈ ਧਰਮ ਸਿੰਘ ਦੀ ਬੱਖੀ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ, ਜਾਂ ਹੱਥ ਰੱਖ ਕੇ ਹੈ ਨਾ ਗੁਰ ਸ਼ਬਦ ਦਾ ਜੋ ਧਿਆਨ ਹੈ ਆਪਣ ਅੰਤਰ ਕਰਮ ਦੇ ਵਿੱਚ ਕੀਤਾ। ਤਾਂ ਉਸੇ ਟਾਈਮ ਫਿਰ ਜਿਹੜੇ ਸੀਗੇ ਭਾਈ ਧਰਮ ਸਿੰਘ ਜੀ ਬਿਲਕੁਲ 9/9 ਹੋ ਗਏ ਸੀ। ਇਹਨਾਂ ਦੀ ਦਰਦ ਜਿਹੜੀ ਸੀ ਤੁਰੰਤ ਗਾਇਬ ਹੋ ਗਈ ਸੀਗੀ। ਇਹ ਹੈ ਮਹਾਂਪੁਰਖਾਂ ਦੇ ਹੱਥਾਂ ਦੀ ਜਿਹੜੀ ਹੈ ਨਾ ਸ਼ਕਤੀ, ਜਾਂ ਜੋ ਬਰਕਤ ਰਿੱਧੀਆਂ ਸਿੱਧੀਆਂ ਦੀ ਜੋ ਕਰਾਮਾਤ ਹੈ, ਇਹ ਸੱਚੇ ਤੌਰ ਦੇ ਉੱਤੇ ਹੀ ਹੈ ਨਾ ਜਿਹੜੀ ਝਲਕਦੀ ਹੈ। ਸੋ ਇੱਕ ਵਾਰ ਕੀ ਹੋਇਆ ਕਿ ਇੱਥੇ ਹਰਖੋਵਾਲ ਡੇਰੇ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ, ਬਾਕੀ ਸੰਗਤ ਤੇ ਸੰਤ ਈਸ਼ਰ ਸਿੰਘ ਹੋਣੀ ਮਹਾਂਪੁਰਖ ਜਦ ਇੱਥੇ ਵਿਚਰਦੇ ਹੁੰਦੇ ਸੀਗੇ। ਇੱਥੇ ਦੋ ਦਰਖਤ ਸੀਗੇ, ਇੱਕ ਸੀਗਾ ਸਰੀਂ ਦਾ ਅਤੇ ਇੱਕ ਸੀ ਟਾਹਲੀ ਦਾ। ਸੋ ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਕੀ ਕੀਤਾ, ਉਹ ਕਹਿਣ ਲੱਗੇ, ਉਹਨਾਂ ਦੇ ਪਿੰਡ ਦੇ ਕੁਛ ਜਣੀ ਅਧਰਮੀ ਜਿਹੜੀ ਸੰਗਤ ਸੀਗੀ ਹਰੀਜਨਾਂ ਦੀ, ਉਹਨਾਂ ਦੇ ਬੰਦਿਆਂ ਨੂੰ ਹੈ ਨਾ ਮਹਾਂਪੁਰਖ ਨੇ ਕਹਿਤਾ ਕਿ ਕਹਿੰਦੇ ਭਾਈ ਆ ਸਰੀਂ ਦੇ ਦਰਖਤ ਦੀ ਹੈ ਨਾ ਕੱਟਣ ਦੀ ਸੇਵਾ ਅਗਰ ਤੁਹਾਡੇ ਮਨ 'ਚ ਤਾਂ ਤੁਸੀਂ ਕਰ ਲਓ। ਸੋ ਉਹ ਜਿਹੜੇ ਹਰੀਜਨ ਬੰਦੇ ਸੀਗੇ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਸਰੀਂ ਦਾ ਦਰਖਤ ਸੀਗਾ ਨਾ ਪੂਰੇ ਦਿਨ ਦੇ ਵਿੱਚ ਕੱਟ ਕੇ ਰੱਖ ਦਿੱਤਾ। ਅਤੇ ਇਹ ਜਿਹੜੀ ਸੇਵਾ ਸੀ ਜਾਂ ਹੁਕਮ ਸੀਗਾ ਮਹਾਂਪੁਰਖਾਂ ਦਾ ਮੰਨਿਆ ਅਤੇ ਆਪਣੀ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ। ਪਰ ਉੱਥੇ ਹੈ ਨਾ ਦੂਸਰੇ ਦਿਨ ਕੀ ਇੱਕ ਟਾਹਲੀ ਦਾ ਦਰਖਤ ਸੀਗਾ, ਜਾਂ ਟਾਹਲੀ ਦਾ ਦਰਖਤ ਸੀਗਾ, ਉੱਥੇ ਕੁਛ ਜ਼ਿਮੀਂਦਾਰ ਜਿਹੜੇ ਉਹ ਵੀ ਬੈਠੇ ਹੋਏ ਸੀ। ਅਤੇ ਬਾਬਾ ਈਸ਼ਰ ਸਿੰਘ ਹੋਣਾ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਅਗਰ ਆਪਾਂ ਇਹ ਟਾਹਲੀ ਦਾ ਦਰਖਤ ਵੀ ਜਿਹੜਾ ਵੱਢ ਦਈਏ ਅਤੇ ਇਹਦੇ ਵਾਸਤੇ ਹੈ ਨਾ ਇੱਧਰ ਸੰਗਤ ਨੂੰ ਬੈਠਣ ਵਾਸਤੇ ਬਹੁਤ ਵਧੀਆ ਜਗ੍ਹਾ ਬਣ ਜਾਊਗੀ, ਤਾਂ ਜੋ ਇੱਥੇ ਹੈ ਨਾ ਕਮਰੇ ਵੀ ਬਣਾਏ ਜਾ ਸਕਣ। ਕਿਉਂਕਿ ਖਾਸ ਕਰਕੇ ਜਦੋਂ ਡੇਰੇ ਦੀ ਖਾਸ ਕਰਕੇ ਜਿਹੜੀ ਮਕਾਨਾਂ ਦੀ ਸੇਵਾ ਹੈ ਨਾ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਕਰਾਉਂਦੇ ਹੁੰਦੇ ਸੀ। ਅਤੇ ਜਦੋਂ ਇਹ ਗੱਲ ਹੋਈ ਤਾਂ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਨੇ ਮਨ 'ਚ ਸੋਚਿਆ ਕਿ ਕੱਲ੍ਹ ਜਿਹੜਾ ਦਰਖਤ ਸਰੀਂ ਦਾ ਸੀਗਾ ਜਿਹਨਾਂ ਨੂੰ ਹਰੀਜਨਾਂ ਨੇ ਵੱਢਿਆ ਸੀਗਾ ਅਤੇ ਉਹਨਾਂ ਨੇ ਪੂਰਾ ਦਿਨ ਲਾ ਤਾ ਅਤੇ ਤਾਂ ਸ਼ਾਮ ਨੂੰ ਦਰਖਤ ਵੱਢਿਆ ਗਿਆ। ਅਤੇ ਬਾਕੀ ਇਹ ਟਾਹਲੀ ਦੀ ਦਰਖਤ ਦੀ ਗੱਲ ਵੱਢਣ ਦੀ, ਤਾਂ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਇਹ ਹਰੀਜਨ ਅਤੇ ਅਸੀਂ ਜੱਟ ਜ਼ਿਮੀਂਦਾਰ ਭਰਾ, ਇਹ ਤਾਂ ਜਿਹੜਾ ਟਾਹਲੀ ਦਾ ਦਰਖਤ ਇਹ ਤਾਂ ਅਸੀਂ 1 ਘੰਟੇ ਵਿੱਚ ਹੀ ਵੱਢ ਦਿਆਂਗੇ। ਸੋ ਉਹਨਾਂ ਨੇ ਨਾ ਇਹ ਸੋਚ ਕੇ ਸਾਰਿਆਂ ਨੇ ਬਾਬਾ ਈਸ਼ਰ ਸਿੰਘ ਹੋਣਾ ਨੂੰ ਕਹਿ ਤਾ ਕਿ ਕਹਿੰਦੇ ਟਾਹਲੀ ਦਾ ਦਰਖਤ ਕੀ ਆ, ਉਹਨੇ ਤਾਂ ਪੂਰਾ ਦਿਨ 'ਚ ਵੱਢਿਆ ਸੀ ਤਾਂ 1 ਘੰਟੇ 'ਚ ਵੱਢ ਦਿਆਂਗੇ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਈਸ਼ਰ ਸਿੰਘ ਨੇ ਹੈ ਨਾ ਮਨ ਦੇ ਵਿੱਚ ਤਾੜ ਲਿਆ ਕਿ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਹੈ ਨਾ ਜੋ ਜਾਤ ਦਾ ਗਰੂਰ ਗਰਭ ਹੈਗਾ ਉਹ ਆ ਗਿਆ ਹੈਗਾ, ਅਤੇ ਇਸ ਨੂੰ ਦੂਰ ਕਰਨ ਵਾਸਤੇ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭਾਈ ਗੱਲ ਇੰਨੀ ਆ ਕਿ ਤੁਸੀਂ ਦੇਖੋ ਕਿ 1 ਘੰਟੇ 'ਚ ਵੱਢਦੇ ਆ ਕਿ ਕੱਲ੍ਹ ਰਾਤ ਜਿਹੜੇ ਹੈਗੇ ਉਹ ਦਿਨ ਦੇ 12 ਵੱਜ ਜਾਂਦੇ ਆ। ਜਦ ਇਹ ਗੱਲ ਹੋਈ ਆ ਤਾਂ ਮਹਾਂਪੁਰਖ ਜਿਹੜੇ ਸੀਗੇ ਕਹਿ ਕੇ ਉੱਥੋਂ ਚਲੇ ਗਏ। ਅਤੇ ਉਹਨਾਂ ਜਿਹੜਾ ਹੈ ਜ਼ਿਮੀਂਦਾਰਾਂ ਨੇ ਕੀ ਕੀਤਾ, ਉਸ ਟਾਹਲੀ ਅਤੇ ਦਰਖਤ ਨੂੰ ਟੱਕ ਲਾ ਕੇ ਵੱਢਣਾ ਸ਼ੁਰੂ ਕਰ ਦਿੱਤਾ। ਪਰ ਜਿੰਨੀ ਤੇਜ਼ੀ ਫੁਰਤੀ ਅਤੇ ਉਹਨੇ ਆਪਣੀ ਫਰਤੀਲਾ ਦਿਖਾ ਲਿਆ, ਸ਼ਾਮ ਤੱਕ ਉਹ ਸਾਰੇ ਜਿਹੜੀਆਂ ਟਾਹਲੀ ਦੀਆਂ ਜੜ੍ਹਾਂ ਸੀ ਉਹ ਵੀ ਕੱਟੀਆਂ ਗਈਆਂ, ਪਰ ਟਾਹਲੀ ਡਿੱਗਣ ਦਾ ਨਾਂ ਨਾ ਲਵੇ। ਜਦ ਟਾਹਲੀ ਨਾ ਡਿਗੇ ਅਖੀਰ ਥੱਕ ਹਾਰ ਕੇ ਜਿਹੜੇ ਜ਼ਿਮੀਂਦਾਰ ਸੀ ਉਹ ਬੈਠ ਗਏ। ਅਖੀਰ ਫਿਰ ਉਹਨਾਂ ਨੇ ਇਸ਼ਨਾਨ ਪਾਣੀ ਕੀਤਾ ਅਤੇ ਮਨ 'ਚ ਸੋਚਿਆ ਵੀ ਚਲੋ ਕੱਲ੍ਹ ਨੂੰ ਟਾਹਲੀ ਸੱਟਾਂਗੇ, ਸਵੇਰੇ ਉੱਠ ਕੇ ਕਰੀ ਫਿਰ ਹੰਬਲਾ ਮਾਰਾਂਗੇ। ਇਹ ਸੋਚ ਕੇ ਸਾਰਿਆਂ ਨੇ ਇਸ਼ਨਾਨ ਪਾਣੀ ਕਰਕੇ ਲੰਗਰ ਪਾਣੀ ਛਕ ਕੇ ਹੈ ਨਾ ਉੱਥੇ ਹੀ ਫਿਰ ਜਿਹੜੇ ਸੀ ਉਹ ਸਾਰੇ ਲੰਮੇ ਪੈ ਗਏ। ਜਦ ਅੰਮ੍ਰਿਤ ਵੇਲਾ ਹੋਇਆ ਸਵੇਰੇ ਸਵਖਤੇ ਹੈ ਨਾ ਚਾਹ ਪਾਣੀ ਅਤੇ ਅੰਨ ਜਲ ਛਕ ਕੇ ਉਹਨਾਂ ਨੇ ਟਾਹਲੀ ਨੂੰ ਫਿਰ ਟੱਕ ਲਾਉਣਾ ਸ਼ੁਰੂ ਕਰ ਦਿੱਤਾ। ਪਰ ਜਿਹੜੇ ਇਹ ਟੱਕ ਲਾ ਕੇ ਉਹਨਾਂ ਨੇ ਬਥੇਰਾ ਜ਼ੋਰ ਲਾਇਆ, ਕਿਉਂਕਿ ਟਾਹਲੀ ਦੀਆਂ ਜਿਹੜੀਆਂ ਸਾਰੀਆਂ ਮੇਨ ਜੜ੍ਹਾਂ ਸੀਗੀਆਂ ਉਹ ਵੀ ਕੱਟੀਆਂ ਗਈਆਂ, ਵੱਢੀਆਂ ਗਈਆਂ, ਪਰ ਟਾਹਲੀ ਨਾ ਡਿਗੇ। ਜਦ ਟਾਹਲੀ ਨਾ ਡਿਗੇ ਤਾਂ ਕਰਦੇ 11:30 ਵੱਜ ਗਏ। ਅਤੇ 11:30 ਵਜੇ ਬਾਬਾ ਈਸ਼ਰ ਸਿੰਘ ਜੀ ਕਮਰੇ 'ਚੋਂ ਬਾਹਰ ਆਏ।
ਉਹਨਾਂ ਨੇ ਦੇਖਿਆ ਕਿ ਸਾਰੇ ਜਿਹੜੇ ਜ਼ਿਮੀਂਦਾਰ ਵਾ ਉਹ ਮੁੜਕੀ ਹੋਏ ਪਏ, ਪਰ ਟਾਹਲੀ ਜਿਉਂਦੀ ਤਿਉਂ ਹੀ ਖੜੀ ਆ। ਫਿਰ ਜਿਹੜੇ ਸੀਗੇ ਉਹਨਾਂ ਵੱਲ ਦੇਖ ਕੇ ਜਿਹੜੇ ਜ਼ਿਮੀਂਦਾਰਾਂ ਨੇ ਹੱਥ ਜੋੜ ਦਿੱਤੇ ਕਿ ਮਹਾਂਪੁਰਖਾਂ ਦਾ ਬਚਨ ਸੀਗਾ ਕਿ ਟਾਹਲੀ ਬਣਦਾ ਤੁਹਾਨੂੰ ਹੁਣ ਕੱਲ੍ਹ ਦੇ ਕਿਤੇ 12 ਨਾ ਵੱਜ ਜਾਣ। ਸੋ ਉਹੀ ਗੱਲ ਹੋਈ ਕਿ ਹੁਣ ਤਾਂ 11:30 ਹੋ ਗਏ ਆ, ਪਰ ਟਾਹਲੀ ਜਿਹੜੇ ਡਿੱਗਣ ਦਾ ਨਾਂ ਨਹੀਂ ਲੈਂਦੀ। ਫਿਰ ਜਦੋਂ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਕੋਲ ਆ ਕੇ ਤਾਂ ਫਿਰ ਉਹ ਸਾਰੇ ਜ਼ਿਮੀਂਦਾਰ ਹੱਥ ਜੋੜ ਕੇ ਖੜ ਗਏ। ਉਮਰਤਾ ਉਹਨਾਂ ਦੀ ਜਿਹੜੀ ਨਿਮਰਤਾ ਨੂੰ ਦੇਖਦੇ ਹੋਏ ਬਾਬਾ ਈਸ਼ਰ ਸਿੰਘ ਜੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਵੀ ਭਾਈ ਆਹ ਜਿਹੜੀ ਜਗ੍ਹਾ ਸਾਰੀ ਤੁਸੀਂ ਖਾਲੀ ਕਰ ਦਿਓ। ਉੱਧਰੋਂ ਜਗ੍ਹਾ ਖਾਲੀ ਕਰਾਉਣ ਦੇ ਨਾਲ ਹੀ ਜਿਹੜੀ ਸੰਗਤ ਨੇ ਇੱਕ ਪਾਸਾ ਜਿਹੜਾ ਸੀਗਾ ਨੂੰ ਟਾਹਲੀ ਦੇ ਨਾਲ ਸਾਰਾ ਖਾਲੀ ਕਰ ਦਿੱਤਾ। ਖਾਲੀ ਕਰਦਿਆਂ ਤਕਰੀਬਨ ਅੱਧਾ ਘੰਟਾ ਲੱਗ ਗਿਆ। 12 ਵਜੇ ਦਾ ਟਾਈਮ ਹੋ ਗਿਆ। ਜਦ 12 ਵਜੇ ਤਾਂ ਬਾਬਾ ਈਸ਼ਰ ਸਿੰਘ ਹੋਣਾ ਨੇ ਉਸ ਟਾਹਲੀ ਨੂੰ ਆਪਣਾ ਹਲਕਾ ਜਿਹਾ ਜਿਹੜੇ ਹੱਥ ਦੀ ਛੋਹ ਦਿੱਤੀ, ਸਪਰਸ਼ ਦਿੱਤਾ। ਜੋ ਹੀ ਟਾਹਲੀ ਨੂੰ ਮਾੜਾ ਜਿਹਾ ਸਪਰਸ਼ ਹੱਥ ਦਾ ਲਾਇਆ ਅਤੇ ਨਾਲ ਹੀ ਟਾਹਲੀ ਜਿਹੜੀ ਸੀਗੀ ਉਹ ਉਸ ਖਾਲੀ ਜਗ੍ਹਾ ਦੇ ਉੱਤੇ ਜਾ ਕੇ ਕੜਕ ਦੇਣੀ ਹੋ ਕੇ ਡਿੱਗ ਪਈ। ਜਦ ਡਿੱਗ ਪਈ ਤਾਂ ਇਹ ਜਿਹੜਾ ਕੌਤਕ ਸੀਗਾ ਜਿਹੜਾ ਮਹਾਂਪੁਰਖਾਂ ਦਾ ਸੀਗਾ, ਜਿਸ ਨੂੰ ਦੇਖ ਕੇ ਜਿਹੜੇ ਸੀਗੇ ਉਹ ਸਾਰੇ ਹੈਰਾਨ ਵੀ ਹੋਏ ਅਤੇ ਧੰਨ ਬਾਬਾ ਈਸ਼ਰ ਸਿੰਘ ਹੋਣਾ ਦੀ ਜੈ ਕਰਨ ਵੀ ਲੱਗੇ। ਕਿਉਂਕਿ ਸੰਤ ਬਾਬਾ ਜਵਾਲਾ ਸਿੰਘ ਜੀ ਜਿਹੜੇ ਸੀ ਉਹ ਖਾਸ ਕਰਕੇ ਨਾਮ ਰਸੀਏ ਸੀਗੇ, ਔਰ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਇਸ ਡੇਰੇ ਦੀ ਜਿਹੜੀ ਸੀ ਸੇਵਾ ਕੀਤੀ ਸੀਗੀ। ਸੋ ਉਸ ਟਾਈਮ ਫਿਰ ਸਾਰਿਆਂ ਦਾ ਜਿਹੜਾ ਮਨ ਦਾ ਗਰੂਰ ਸੀਗਾ ਵੀ ਅਸੀਂ ਇਹ ਟਾਹਲੀ 1 ਘੰਟੇ 'ਚ ਵੱਢ ਦਿਆਂਗੇ। ਪੂਰਾ ਦਿਨ ਲਾ ਕੇ ਤਾਂ ਅੱਧਾ ਦਿਨ ਬੀਤਣ ਦੇ ਬਾਵਜੂਦ ਵੀ ਜਦ ਬਾਬਾ ਈਸ਼ਰ ਸਿੰਘ ਉਹਨਾਂ ਨੇ 12 ਵਜੇ ਟਾਹਲੀ ਨੂੰ ਹੱਥ ਲਾਇਆ ਸੀ ਤਾਂ ਫਿਰ ਟਾਹਲੀ ਜਿਹੜੀ ਸੀ ਉਹ ਆਪਣੇ ਆਪ ਕੜਕੜ ਕਰਦੀ ਥੱਲੇ ਡਿੱਗ ਪਈ ਸੀ। ਪਰ ਜਦ ਟਾਈਮ ਦੇਖਿਆ ਤਾਂ ਪੂਰੇ 12 ਵਜੇ ਸੀ। ਮਹਾਂਪੁਰਖਾਂ ਦਾ ਬਚਨ ਜਿਹੜਾ ਸੀ ਉਹ ਸੱਤ ਹੋਇਆ ਸੀਗਾ। ਇਸੇ ਤਰ੍ਹਾਂ ਬਾਬਾ ਜਵਾਲਾ ਸਿੰਘ ਹੋਣਾ ਦੀ ਜਾਣੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ 1950 ਦੇ ਵਿੱਚ ਇੱਕ ਧੌਲਪੁਰੀਆ ਰਾਜਾ ਸੀਗਾ ਉਹਦੇ ਮਨ ਵਿੱਚ ਵੀ ਦਰਸ਼ਨ ਕਰਨ ਦੀ ਇੱਛਾ ਪ੍ਰਬਲ ਹੋਈ। ਉਹਨੇ ਆਪਣੇ ਕੁਛ ਜਿਹੜੇ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੂੰ ਕਿਹਾ ਕਿ ਸਾਨੂੰ ਸੰਤ ਬਾਬਾ ਜਵਾਲਾ ਸਿੰਘ ਹੋਣਾ ਦੇ ਦਰਸ਼ਨ ਕਰਾਓ। ਪਰ ਜਦੋਂ ਪ੍ਰੇਮੀ ਸੰਤ ਬਾਬਾ ਜਵਾਲਾ ਸਿੰਘ ਹੋਣਾ ਕੋ ਆਏ ਅਤੇ ਉਹਨਾਂ ਨੇ ਕਿਹਾ ਕਿ ਧੌਲਪੁਰੀਆ ਰਾਜਾ ਜਿਹੜਾ ਆਪਦੇ ਦਰਸ਼ਨਾਂ ਨੂੰ ਲੋਚਦਾ ਹੈ। ਅਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਗੁਰੂ ਨਾਨਕ ਦਾ ਦਰ ਤਾਂ ਸਦਾ ਵਾਸਤੇ ਖੁੱਲ੍ਹਾ ਹੈ। ਕੀ ਅਮੀਰ ਕੀ ਗਰੀਬ ਕੀ ਰਾਜਾ ਕੀ ਰੰਕ ਕਦੀ ਵੀ ਜਿਹੜਾ ਆ ਸਕਦਾ ਹੈਗਾ। ਪਰ ਜੇ ਤੁਸੀਂ ਕਹੋਗੇ ਕਿ ਅਸੀਂ ਧੌਲਪੁਰੀ ਰਾਜੇ ਦੇ ਮਹਿਲ ਜਾਂ ਘਰ ਦੇ ਵਿੱਚ ਜਾਈਏ, ਇਹ ਸਾਡੇ ਵਾਸਤੇ ਮੁਸ਼ਕਿਲ ਹੈਗਾ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਉਹ ਖਾਸ ਕਰਕੇ ਗਰੀਬ ਦੀ ਜਿਹੜੀ ਕੁਟੀਆ ਉਹਨੂੰ ਹੀ ਭਾਗ ਲਾਉਂਦੇ ਆ, ਅਤੇ ਰਾਜੇ ਦੇ ਜਿਹੜੇ ਮਹਿਲ ਆ ਜਾਂ ਮਹਿਲ ਮਾੜੀਆਂ ਹੈ ਉਹਨਾਂ ਤੋਂ ਕੋਹਾਂ ਦੂਰ ਰਹਿ ਕੇ ਖੁਸ਼ ਰਹਿੰਦੇ ਆ। ਸੋ ਜਦ ਉਹਨਾਂ ਪ੍ਰੇਮੀਆਂ ਨੇ ਧੌਲਪੁਰੀ ਰਾਜੇ ਨੂੰ ਗੱਲ ਦੱਸੀ ਕਿ ਅਗਰ ਤੁਸੀਂ ਦਰਸ਼ਨ ਕਰਨੇ ਆ ਤਾਂ ਤੁਹਾਨੂੰ ਚੱਲ ਕੇ ਫਿਰ ਬਾਬਾ ਜਵਾਲਾ ਸਿੰਘ ਹੋਣਾ ਪਾਸ ਆਉਣਾ ਪਵੇਗਾ। ਸੋ ਧੌਲਪੁਰੀਆ ਰਾਜਾ ਜਿਹੜਾ ਸੀਗਾ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਮਹਾਂਪੁਰਖ ਨੇ ਇਸ ਤਰ੍ਹਾਂ ਦਰਸ਼ਨ ਨਹੀਂ ਦੇਣੇ। ਸੋ ਧੌਲਪੁਰੀਆ ਰਾਜਾ ਜਿਹੜਾ ਸੀਗਾ ਆਪਣੇ ਕੁਛ ਅਹਿਲਕਾਰਾਂ ਦੇ ਸਮੇਤ ਫਿਰ ਬਾਬਾ ਜਵਾਲਾ ਸਿੰਘ ਜੀ ਦੇ ਪਾਸ ਪਹੁੰਚਿਆ ਸੀਗਾ। ਉਹਨੇ ਫਿਰ ਜਾ ਕੇ ਮੱਥਾ ਟੇਕਿਆ ਸੀ। ਮੱਥਾ ਟੇਕ ਕੇ ਫਿਰ ਦਰਸ਼ਨ ਕਰਕੇ ਬੜਾ ਨਿਹਾਲ ਹੋਇਆ ਸੀਗਾ। ਫਿਰ ਜਾਣ ਲੱਗਾ ਜਿਹੜੇ ਕੁਛ ਬਚਨ ਬਲਾਸ ਉਹਨੇ ਬਾਬਾ ਜਵਾਲਾ ਸਿੰਘ ਹੋਣਾ ਕੀਤੇ ਸੀਗੇ, ਅਤੇ ਜਿਨ੍ਹਾਂ ਦਾ ਜਵਾਬ ਸੁਣ ਕੇ ਜਿਹੜਾ ਧੌਲਪੁਰੀਆ ਰਾਜਾ ਜਿਹੜਾ ਸੀ ਬੜਾ ਪ੍ਰਸੰਨ ਹੋਇਆ ਸੀ। ਫਿਰ ਉਹਨੇ ਬਾਬਾ ਜੀ ਨੂੰ ਕਿਹਾ ਸੀਗਾ ਕਿ ਤੁਸੀਂ ਮੇਰੇ ਮਹਿਲ ਦੇ ਵਿੱਚ ਚਰਨ ਜ਼ਰੂਰ ਪਾਓ, ਕਿਉਂਕਿ ਜਦ ਤੱਕ ਤੁਸੀਂ ਮੇਰੇ ਮਹਿਲ ਦੇ ਵਿੱਚ ਚਰਨ ਨਹੀਂ ਪਾਉਂਦੇ ਅਤੇ ਮੇਰਾ ਇਹ ਜਿਹੜਾ ਜਨਮ ਹੈ ਮੈਂ ਇਸ ਜਨਮ ਨੂੰ ਸਫਲਾ ਨਹੀਂ ਬਣਦਾ ਹੈਗਾ। ਸੋ ਉਹਦੀ ਬੇਨਤੀ ਕਰਕੇ ਫਿਰ ਮਹਾਂਪੁਰਖ ਨੇ ਆਖਿਆ ਸੀਗਾ ਬਾਬਾ ਜਵਾਲਾ ਸਿੰਘ ਹੋਣੀ, ਉਹ ਕਹਿਣ ਲੱਗੇ ਵੀ ਰਾਜਾ ਗੱਲ ਇੱਕ ਹੈਗੀ ਆ ਵੀ ਜਿਸ ਘਰ ਦੇ ਵਿੱਚ ਸ਼ਰਾਬ ਮਾਸ ਤੰਬਾਕੂ ਜਾਂ ਇਸ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਵਰਤਦਾ ਹੋਵੇ, ਕਹਿੰਦੇ ਅਸੀਂ ਉਸ ਘਰ ਦਾ ਜਿਹੜਾ ਕਦੀ ਕੋਈ ਸੇਵਨ ਨਹੀਂ ਕਰਦੇ, ਕਿਸੇ ਚੀਜ਼ ਨੂੰ ਖਾਣ ਦੀ ਕਦੀ ਇੱਛਾ ਸਾਡੇ ਮਨ ਵਿੱਚ ਨਹੀਂ ਜਾਗਦੀ। ਸੋ ਜਦ ਇਹ ਜਿਹੜੀ ਵਿਚਾਰ ਸੁਣ ਕੇ ਫਿਰ ਧੌਲਪੁਰੀ ਰਾਜੇ ਨੇ ਇੱਕ ਜਿਹੜਾ ਸੀ ਕੌਲ ਇਕਰਾਰ ਬਾਬਾ ਜਵਾਲਾ ਸਿੰਘ ਨੇ ਕੀਤਾ ਸੀਗਾ ਕਿ ਇਹ ਗੱਲ ਠੀਕ ਹੈ ਕਿ ਪਹਿਲਾਂ ਮੇਰੇ ਮਹਿਲ ਦੇ ਵਿੱਚ ਸ਼ਰਾਬ ਮਾਸ ਤੰਬਾਕੂ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਸੀਗੀ, ਪਰ ਅੱਜ ਤੋਂ ਬਾਅਦ ਮੈਂ ਤੁਹਾਨੂੰ ਵਚਨ ਦਿੰਦਾ ਕਿ ਮੈਂ ਆਪਣੇ ਮਹਿਲ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਜਿਹੜਾ ਬਿਲਕੁਲ ਬੰਦ ਕਰ ਦਊਂਗਾ। ਪਰ ਜਦ ਉਹਨੇ ਇਕਰਾਰ ਕੀਤਾ ਸੀਗਾ ਫਿਰ ਸੰਤ ਬਾਬਾ ਜਵਾਲਾ ਸਿੰਘ ਉਹਦੀ ਬੇਨਤੀ ਕਰਨ ਦੇ ਉੱਤੇ ਫਿਰ ਧੌਲਪੁਰੀ ਰਾਜੇ ਦੇ ਘਰ ਗਏ ਸੀ। ਉੱਥੇ ਜਾ ਕੇ ਫਿਰ ਸਾਰੇ ਪਰਿਵਾਰ ਨੂੰ ਜਿਹੜਾ ਉਹਨੂੰ ਦਰਸ਼ਨ ਦਿੱਤੇ ਸੀਗੇ, ਅਤੇ ਉਹਨਾਂ ਦੇ ਦਰਸ਼ਨ ਕਰਕੇ ਜਿਹੜੀਆਂ ਰਾਣੀਆਂ ਸੀਗੀਆਂ ਜਾਂ ਹੋਰ ਵੀ ਜਿੰਨੇ ਅਹਿਲਕਾਰ ਸੀਗੇ ਸੇਵਾਦਾਰ ਨੌਕਰ ਸੀਗੇ ਬਹੁਤ ਪ੍ਰਸੰਨ ਹੋਏ ਸੀਗੇ। ਸੋ ਉਸ ਤੋਂ ਬਾਅਦ ਇੱਕ ਬੀਬੀ ਬਲਵੰਤ ਕੌਰ ਜੀ ਹੋਏ ਜਿਹੜੇ MBBS ਡਾਕਟਰ ਸੀਗੇ। ਇਹ ਜਿਹੜੇ ਬੀਬੀ ਬਲਵੰਤ ਕੌਰ ਜੀ ਸੀਗੇ ਇਹ ਡਾਕਟਰ ਨਰੈਣ ਸਿੰਘ ਠੇਕੇਦਾਰ ਹੋਏ ਆ, ਜਿਹਨਾਂ ਦਾ ਪੱਥਰਾਂ ਦਾ ਠੇਕਾ ਹੁੰਦਾ ਸੀਗਾ ਉਹਦੇ ਸੁਪੁੱਤਰੀ ਹੋਏ ਆ। ਸੋ ਇਹ ਜਿਹੜਾ ਇਹਨਾਂ ਦਾ ਪੱਥਰਾਂ ਦਾ ਠੇਕਾ ਸੀਗਾ। ਉਸ ਤੋਂ ਬਾਅਦ ਇਸੇ ਹੀ ਠੇਕੇ ਦੇ ਆਧਾਰ 'ਤੇ ਇੱਕ ਚੈਂਬਰ ਕੌਂਸਲ ਬਣੀ ਸੀਗੀ, ਅਤੇ ਇਸ ਕੌਂਸਲ ਵਾਇਸਰਾਏ ਦੀ ਜਿਹੜੀ ਵੱਡੀ ਕੋਠੀ ਜਿਹੜੀ ਸੀ ਉਹ ਦਿੱਲੀ ਤਿਆਰ ਕੀਤੀ ਸੀਗੀ। ਅਤੇ ਜਿਹਦੇ ਇਹ ਅੱਜ ਜਿਹੜੀ ਕੋਠੀ ਆ
ਇਹ ਜਿਹੜੀ ਹੈ ਅੱਜ ਵੀ ਉਹ ਰਾਸ਼ਟਰਪਤੀ ਨੂੰ ਜਿਹੜੀ ਹੈ ਉਹ ਰਿਹਾਇਸ਼ ਵਾਸਤੇ ਦਿੱਤੀ ਜਾਂਦੀ ਆ। ਅਤੇ ਦੂਸਰਾ ਕੀ ਆ ਕਿ ਇਸੇ ਹੀ ਕੌਂਸਲ ਦੇ ਵਿੱਚੋਂ ਹੈ ਨਾ ਜਿਹੜਾ ਕੁਛ ਪੱਥਰ ਹੈ ਜਾਂ ਗੁਰਦੁਆਰਾ ਸੀਸਗੰਜ ਆ ਉਹਦੀ ਵੀ ਸੇਵਾ ਜਿਹੜੀ ਸੀਗੀ ਇਸ ਕੰਪਨੀ ਦੇ ਜਿਹੜੇ ਸੀਗੇ ਨੁਮਾਇੰਦੇ ਉਹਨਾਂ ਵੱਲੋਂ ਕੀਤੀ ਗਈ ਸੀਗੀ। ਸੋ ਇਸ ਬੀਬੀ ਹੈ ਨਾ ਬਲਵੰਤ ਕੌਰ ਜੀ ਦਾ ਇੱਕ ਭਰਾ ਸੀ ਸੰਤੋਖ ਸਿੰਘ। ਇਹ ਜਿਹੜਾ ਸੰਤੋਖ ਸਿੰਘ ਸੀਗਾ ਇਹ ਸੰਤ ਬਾਬਾ ਜਵਾਲਾ ਸਿੰਘ ਹੋਣਾ ਦਾ ਬੜਾ ਪ੍ਰੇਮੀ ਸੀਗਾ। ਇੱਕ ਵਾਰ ਬੀਬੀ ਬਲਵੰਤ ਕੌਰ ਆਪਣੇ ਭਰਾ ਸੰਤੋਖ ਸਿੰਘ ਜੀ ਨੂੰ ਜਦ ਮਿਲਣ ਗਈ, ਅਜੇ ਸਵੇਰਾ ਹੋਇਆ ਸੀਗਾ ਕਿ ਸੰਤੋਖ ਸਿੰਘ ਜਿਹੜਾ ਸੀਗਾ ਉਹ ਤਿਆਰ ਹੋ ਗਿਆ। ਤਿਆਰ ਹੋ ਕੇ ਨੇ ਫਲ ਫਰੂਟ ਅਤੇ ਹੋਰ ਕਈ ਪ੍ਰਕਾਰ ਦੇ ਜਿਹੜੇ ਹਨ ਪਦਾਰਥ ਸਮੱਗਰੀ ਜਿਹੜੀ ਸੀ ਉਹ ਨਾਲ ਇਕੱਠੀ ਕਰ ਲਈ। ਜਦ ਨਾਲ ਇਕੱਠੀ ਕੀਤੀ ਤਾਂ ਇਹ ਬੀਬੀ ਬਲਵੰਤ ਕੌਰ ਨੇ ਆਪਣੇ ਭਰਾ ਸੰਤੋਖ ਸਿੰਘ ਨੂੰ ਪੁੱਛਿਆ ਕਿ ਤੁਸੀਂ ਵੀਰ ਜੀ ਸਵੇਰੇ ਕਿੱਧਰ ਦੀ ਤਿਆਰੀ ਕੀਤੀ ਆ। ਜਦ ਇਹ ਜਿਹੜੀ ਗੱਲ ਹੋਈ ਸੀ ਫਿਰ ਸੰਤੋਖ ਸਿੰਘ ਨੇ ਦੱਸਿਆ ਸੀਗਾ ਵੀ ਇੱਥੇ ਹੈ ਨਾ ਸੰਤ ਬਾਬਾ ਜਵਾਲਾ ਸਿੰਘ ਹੁਣੀ ਆਏ ਆ, ਸੋ ਇਸ ਕਰਕੇ ਮੈਂ ਅੱਜ ਹੈ ਨਾ ਸਵੇਰੇ ਉਹਨਾਂ ਦੇ ਦਰਸ਼ਨਾਂ ਜਾ ਰਿਹਾ ਹੈਗਾ। ਜਦ ਇਹ ਗੱਲ ਹੋਈ ਸੀ ਤਾਂ ਫਿਰ ਬੀਬੀ ਬਲਵੰਤ ਕੌਰ ਨੇ ਕਿਹਾ ਸੀਗਾ, ਕਹਿੰਦੇ ਵੀ ਹੁਣ ਤਾਂ ਸਵੇਰਾ ਹੈਗਾ, ਸਵੇਰੇ ਜਿਹੜੇ ਹੈਗੇ ਮਹਾਂਪੁਰਖ ਪਹਿਲਾਂ ਤਾਂ ਸਮਾਧੀ ਵਿੱਚ ਹੀ ਹੁੰਦੇ ਆ। ਦੂਸਰਾ ਗੱਲ ਇਹ ਹੈਗਾ ਕਿ ਮਹਾਂਪੁਰਖ ਜਿਸ ਸਮਾਧੀ ਦੀ ਜਗ੍ਹਾ 'ਤੇ ਬੈਠੇ ਹੁੰਦੇ ਉੱਥੇ ਕੋਈ ਨਾ ਕੋਈ ਪਹਿਰੇਦਾਰ ਹੁੰਦੇ ਆ। ਸੋ ਸਵੇਰੇ ਤੁਹਾਨੂੰ ਜਿਹੜਾ ਹੈ ਨਾ ਕੌਣ ਜਿਹੜਾ ਹੈਗਾ ਉਹ ਸੰਤਾਂ ਦੇ ਪਾਸ ਜਾਣਦਾ ਹੈਗਾ। ਪਰ ਇਹਨਾਂ ਦੇ ਭਰਾ ਸੰਤੋਖ ਸਿੰਘ ਨੇ ਹੱਸ ਕੇ ਦੱਸਿਆ ਸੀਗਾ ਕਿ ਇਹ ਜਿਹੜੇ ਹੈ ਨਾ ਮਹਾਂਪੁਰਖ ਬਾਬਾ ਜਵਾਲਾ ਸਿੰਘ ਹੋਣਾ ਦੀ ਇਹਨਾਂ ਦੀ ਜਿਹੜੀ ਹੈ ਨਾ ਆਮ ਸੰਤਾਂ ਦਾ ਨਾਲੋਂ ਅਲੈਦਗੀ ਜਿਹੜੀ ਵੱਖਰੀ ਆ, ਕਿਉਂਕਿ ਨਾ ਤਾਂ ਇਹਨਾਂ ਦੇ ਪਾਸ ਕੋਈ ਪਹਿਰੇਦਾਰ ਹੈਗਾ ਨਾ ਕੋਈ ਅਰਦਾਲੀ ਹੈਗਾ। ਬਿਲਕੁਲ ਇਹ ਜਿਹੜਾ ਸੁਤੰਤਰ ਦਰਸ਼ਨ ਦਿੰਦੇ ਆ। ਕਦੀ ਵੀ ਜਾਣੀ ਕਿਸੇ ਵੀ ਟਾਈਮ ਚਲੇ ਜਾਓ ਮਹਾਂਪੁਰਖਾਂ ਦੇ ਦਰਸ਼ਨ 24 ਘੰਟੇ 8 ਪੈਰ ਖੁੱਲ੍ਹੇ ਹੀ ਰਹਿੰਦੇ ਆ। ਜਦ ਇਹ ਗੱਲ ਹੋਈ ਹੈ ਅਤੇ ਫਿਰ ਬੀਬੀ ਬਲਵੰਤ ਕੌਰ ਸੁਣ ਕੇ ਬੜੇ ਹੈਰਾਨ ਹੋਏ ਅਤੇ ਮਨ 'ਚ ਖੁਸ਼ ਵੀ ਬੜੇ ਹੋਏ। ਮਨ ਦੇ ਵਿੱਚ ਚਾਹਣਾ ਬਣੀ ਕਿ ਇਹੋ ਜਿਹੇ ਨਾ ਮਹਾਂਪੁਰਖਾਂ ਦੇ ਫਿਰ ਸਾਨੂੰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ। ਫਿਰ ਉਹ ਵੀ ਆਪਣੇ ਵੀਰਾਂ ਨੂੰ ਕਹਿੰਦੀ ਹੈ ਕਿ ਵੀਰ ਜੀ ਜਦੋਂ ਤੁਸੀਂ ਹੁਣ ਜਾਓਗੇ ਨਾਲ ਸਾਨੂੰ ਵੀ ਤਿਆਰ ਕਰ ਲਓ। ਫਿਰ ਸਰਦਾਰ ਸੰਤੋਖ ਸਿੰਘ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਜਿਹੜੀ ਬੀਬੀ ਬਲਵੰਤ ਕੌਰ ਇਹਨੂੰ ਲੈ ਕੇ ਨਾ ਬਾਬਾ ਜਵਾਲਾ ਸਿੰਘ ਹੋਣਾ ਦੇ ਪਾਸ ਪਹੁੰਚ ਗਏ। ਜਦ ਪਹੁੰਚ ਕੇ ਇਹਨਾਂ ਪਰਿਵਾਰ ਨੇ ਹੈ ਨਾ ਆਪਣੀ ਜਿਹੜੀਆਂ ਭਟਾਵਾਂ ਸੀ ਰੱਖ ਕੇ ਬਾਬਾ ਜਵਾਲਾ ਸਿੰਘ ਹੋਣਾ ਨੂੰ ਮੱਥਾ ਟੇਕਿਆ। ਦਰਸ਼ਨ ਕਰਕੇ ਬੜੇ ਨਿਹਾਲ ਹੋਏ। ਫਿਰ ਨਿਹਾਲ ਹੋਏ ਤਾਂ ਕੁਦਰਤੀ ਫਿਰ ਬੀਬੀ ਬਲਵੰਤ ਕੌਰ ਜੀ ਦਾ ਜਿਹੜਾ ਮਨ ਦਾ ਪ੍ਰਸ਼ਨ ਸੀ ਉਹ ਬਾਬਾ ਜਵਾਲਾ ਸਿੰਘ ਸਾਂਝਾ ਕੀਤਾ ਅਤੇ ਕਹਿਣ ਲੱਗੇ ਕਿ ਮਹਾਂਪੁਰਖੋ ਅਸੀਂ ਦੇਖਿਆ ਕਿ ਤੁਸੀਂ ਇਕੱਲੇ ਇਸ ਜਗ੍ਹਾ ਬੈਠੇ ਆ, ਨਾ ਤਾਂ ਸਾਨੂੰ ਕੋਈ ਤੁਹਾਡੇ ਕੋਲ ਪਹਿਰੇਦਾਰ ਨਜ਼ਰ ਆਉਂਦਾ, ਨਾ ਕੋਈ ਅਰਦਾਲੀ, ਨਾ ਕੋਈ ਸੇਵਕ ਨਜ਼ਰ ਆਉਂਦਾ ਹੈਗਾ। ਇਹ ਕਿਸ ਤਰ੍ਹਾਂ ਹੈ? ਤਾਂ ਫਿਰ ਬਾਬਾ ਜਵਾਲਾ ਸਿੰਘ ਨੇ ਦੱਸਿਆ ਸੀ, ਕਹਿੰਦੇ ਭਾਈ ਪਖੀਰ ਕੀ ਤਾਂ ਪਹਿਰਾ ਕੀ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਬੀਬੀ ਬਲਵੰਤ ਕੌਰ ਬੜੇ ਹੈਰਾਨ ਹੋਏ, ਪੁੱਛਣ ਲੱਗੇ ਮਹਾਂਪੁਰਖੋ ਮੈਂ ਸਮਝੀ ਨਹੀਂ। ਮਹਾਂਪੁਰਖ ਕਹਿੰਦੇ ਦੇਖੋ ਪਹਿਰੇਦਾਰਾਂ ਦੀ ਜਿਹੜੀ ਲੋੜ ਹੈ ਉਹ ਬਾਦਸ਼ਾਹ ਲੋਕਾਂ ਨੂੰ ਹੁੰਦੀ ਆ, ਧਨਾੜ ਲੋਕਾਂ ਨੂੰ ਹੁੰਦੀ ਆ, ਵਜ਼ੀਰ ਲੋਕਾਂ ਨੂੰ ਹੁੰਦੀ ਆ। ਹੁਣ ਸਾਡੇ ਪਾਸ ਤਾਂ ਜਿਹੜੇ ਹੈਗੇ ਨਾ ਤਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਮਹਿਲ ਮਾੜੀ ਆ, ਨਾ ਕੋਈ ਮਾਇਆ ਹੈਗੀ ਆ, ਨਾ ਧਨ ਦੌਲਤ ਹੈ। ਸਾਡੇ ਪਾਸ ਤਾਂ ਕੇਵਲ ਅਤੇ ਕੇਵਲ ਨਾਮ ਦਾ ਧਨ ਹੈਗਾ। ਅਤੇ ਜਿੱਥੇ ਨਾਮ ਦਾ ਧਨ ਉੱਥੇ ਪਹਿਰੇਦਾਰੀ ਕਾਹਦੀ ਆ। ਦੂਸਰੀ ਗੱਲ ਇਹ ਕਿ ਨਾਮ ਦਾ ਧਨ ਇੱਕ ਐਸਾ ਧਨ ਹੈਗਾ ਕਿ ਜਿਹਨੂੰ ਨਾ ਕੋਈ ਚੋਰ ਚੁਰਾ ਸਕਦਾ ਹੈਗਾ। ਅਗਰ ਕੋਈ ਠੱਗਣਾ ਵੀ ਚਾਹੇ ਕਿਸੇ ਚਤਰਾਈ ਦੇ ਨਾਲ ਤੇ ਠੱਗਿਆ ਨਹੀਂ ਜਾ ਸਕਦਾ, ਅਤੇ ਇਹਨੂੰ ਇਸ ਤਰ੍ਹਾਂ ਹੈਗਾ ਕਿ ਕੋਈ ਟੈਕਸ ਵੀ ਨਹੀਂ ਲਾ ਸਕਦਾ। ਦੂਸਰੀ ਗੱਲ ਇਹ ਆ ਕਿ ਇਹਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਹਵਾ ਉਡਾ ਕੇ ਲੈ ਨਹੀਂ ਸਕਦੀ। ਸੋ ਐਸਾ ਹੈ ਨਾ ਨਾਮ ਧਨ ਦੀ ਜਿਹੜੀ ਵਡਿਆਈ ਸੀ ਬਾਬਾ ਜਵਾਲਾ ਸਿੰਘ ਹੋਣਾ ਨੇ ਬੀਬੀ ਬਲਵੰਤ ਕੌਰ ਨਾਲ ਸਾਂਝੀ ਕੀਤੀ ਤਾਂ ਬੀਬੀ ਜੀ ਬੜੇ ਖੁਸ਼ ਹੋਏ ਸੀ ਇਹਨਾਂ ਦੀ ਇਹ ਗੱਲ ਸੁਣ ਕੇ। ਉਸ ਤੋਂ ਬਾਅਦ ਫਿਰ ਹੈ ਨਾ ਬੀਬੀ ਜੀ ਜਿਹੜੇ ਸੀਗੇ ਇਹ ਮਹਾਂਪੁਰਖਾਂ ਦੇ ਜਿਹੜੇ ਸੀਗੇ ਉਹ ਪੱਕੇ ਸੇਵਕ ਹੋ ਗਏ ਸੀ। ਫਿਰ ਇਸ ਤਰ੍ਹਾਂ ਨਾ ਬੀਬੀ ਜਿਹੜੇ ਮਨ ਦੇ ਵਿੱਚ ਜਿਹੜੀ ਤਾਂਘ ਰਹਿੰਦੀ ਸੀ ਬਾਬਾ ਜਵਾਲਾ ਸਿੰਘ ਹੋਣਾ ਦੇ ਦਰਸ਼ਨਾਂ ਦੀ ਬੜੀ ਪ੍ਰਬਲ ਰਹਿੰਦੀ ਸੀਗੀ। ਅਤੇ ਇੱਕ ਵਾਰ ਫਿਰ ਹੈ ਨਾ ਬੀਬੀ ਬਲਵੰਤ ਕੌਰ ਜੀ ਨੇ ਬਾਬਾ ਜਵਾਲਾ ਸਿੰਘ ਨੂੰ ਪੁੱਛਿਆ ਸੀਗਾ ਕਿ ਸਮਾਧੀ ਜਿਹੜੀ ਹੁੰਦੀ ਹੈ ਕੀ ਹੁੰਦੀ ਆ। ਫਿਰ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਕਹਿੰਦੇ ਦੇਖ ਬੀਬਾ ਸਮਾਧੀ ਉਹ ਚੀਜ਼ ਹੈ ਵੀ ਚਾਹੇ ਮੀਂਹ ਹਨੇਰੀ ਗਰਮੀ ਸਰਦੀ ਦੁੱਖ ਸੁੱਖ ਯਾਨੀ ਕੋਈ ਵੀ ਕਿਰਿਆ ਜਿਹੜੀ ਹੈ ਨਾ ਕੁਦਰਤੀ ਵਰਤਦੀ ਹੋਵੇ ਉਹਦੇ ਵਿੱਚ ਸਮਾਧੀ ਵਾਲਾ ਜਿਹੜਾ ਇਨਸਾਨ ਹੈ ਜਾਂ ਉਹ ਜਿਹੜੀ ਪਰਮਾਤਮਾ ਹੈਗੀ ਆ ਉਹ ਕੇਵਲ ਅਤੇ ਕੇਵਲ ਹੈ ਨਾ ਬ੍ਰਹਮ ਨੂੰ ਦੇਖਦੀ ਆ। ਉਸ ਉੱਤੇ ਗਰਮੀ ਸਰਦੀ ਮੀਂਹ ਹਨੇਰੀ ਪਤਝੜ ਜਾਣੀ ਕਿਸੇ ਚੀਜ਼ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਬਾਬਾ ਜਵਾਲਾ ਸਿੰਘ ਨੇ ਕੀਤੇ ਸੀ ਬੀਬੀ ਬਲਵੰਤ ਕੌਰ ਜੀ ਨਾਲ, ਅਤੇ ਬੀਬੀ ਜੀ ਇਹ ਬਚਨ ਸੁਣ ਕੇ ਜਿਹੜੇ ਸੀਗੇ ਅੰਦਰ ਪ੍ਰਸੰਨ ਹੋਏ ਪਰ ਚੁੱਪ ਕੀਤੇ ਰਹੇ। ਪਰ ਇਹ ਬਚਨਾਂ ਤੋਂ ਬਾਅਦ ਹੈ ਨਾ ਫਿਰ ਕੁਦਰਤੀ ਇੱਕ ਐਸਾ ਕਾਰਨ ਹੋਇਆ ਕਿ ਬਾਬਾ ਜਵਾਲਾ ਸਿੰਘ ਹੋਣੀ ਜਿਹੜੇ ਸੀਗੇ ਉਹ ਅੱਖਾਂ ਮੀਟ ਕੇ ਬੈਠ ਗਏ। ਜਦ ਅੱਖਾਂ ਮੀਟ ਕੇ ਬੈਠ ਕੇ ਤਾਂ ਬਾਬਾ ਜਵਾਲਾ ਸਿੰਘ ਤੋਂ ਕੋਈ 15-20 ਕਦਮ ਜਿਹੜੇ ਹੈ ਨਾ ਪਿੱਛੇ ਬੀਬੀ ਦਇਆ ਕੌਰ ਇੱਕ ਹੋਇਆ ਅਤੇ ਬਾਬਾ ਸੁੰਦਰ ਸਿੰਘ ਜੀ। ਇਹਨਾਂ ਦੀ ਕਿਸੇ ਗੱਲੋਂ ਜਿਹੜੀ ਹੈ ਨਾ ਅਣਬਣ ਹੋ ਗਈ, ਲੜਾਈ ਹੋ ਗਈ। ਲੜਾਈ ਇੱਥੋਂ ਤੱਕ ਹੋਈ ਹੈ ਕਿ ਦੋਨੇ ਜਿਹੜੇ ਸੀ ਜਿਹੜੇ ਆਪਸ ਵਿੱਚ ਜਿਹੜੇ ਉਹ ਗਾਲੀ ਗਲੋਚ ਵੀ ਹੋਣਾ ਸ਼ੁਰੂ ਹੋ ਗਏ। ਜਦ ਗਾਲੀ ਗਲੋਚ ਹੋਣਾ ਸ਼ੁਰੂ ਹੋ ਗਏ ਅਤੇ ਬੀਬੀ ਬਲਵੰਤ ਕੌਰ ਜੀ ਕੋਲ ਬੈਠੇ ਸੀਗੇ, ਮਨ 'ਚ ਸੋਚਣ ਵੀ ਇੱਧਰ ਬਾਬਾ ਜਵਾਲਾ ਸਿੰਘ ਦੀ ਸਮਾਧੀ ਲੱਗੀ ਆ,
इधरों देखो ये बीबी ते है ना बाबा जी ਜਿਹੜੇ ਆਪਸ ਵਿੱਚ ਉੱਚੀ ਉੱਚੀ ਲੜ ਰਹੇ ਆ, ਗਾਲਾਂ ਕੱਢ ਰਹੇ ਆ। ਸੋ ਇਸ ਕਰਕੇ ਨਾ ਬਾਬਾ ਜੀ ਦੀ ਸਮਾਧੀ ਦੇ ਵਿੱਚ ਕੋਈ ਫਰਕ ਨਾ ਪਵੇ, ਇਹਨਾਂ ਨੂੰ ਇਸ ਤਰ੍ਹਾਂ ਉੱਚੀ ਉੱਚੀ ਬੋਲਣਾ ਨਹੀਂ ਚਾਹੀਦਾ ਹੈਗਾ। ਇਹ ਹਜੇ ਮਨ ਦੇ ਵਿੱਚ ਜਿਹੜੀ ਵਿਚਾਰ ਸੀਗੀ ਬੀਬੀ ਬਲਵੰਤ ਕੌਰ ਜੀ ਦੇ ਅੰਦਰ ਹੀ ਸੀਗੀ ਕਿ ਇੱਕ ਕੋਈ ਨਵਾਂ ਪ੍ਰੇਮੀ ਆਇਆ, ਉਹਨੇ ਨਾ ਬਾਬਾ ਸੁੰਦਰ ਸਿੰਘ ਨੂੰ ਆ ਕੇ ਕਿਹਾ ਕਿ ਤੁਹਾਡੀ ਜਿਹੜੀ ਲੜਾਈ ਦਾ ਜਿਹੜੀ ਗੱਲਬਾਤ ਆਵਾਜ਼ ਹੈ ਇੰਨੀ ਦੀ ਉੱਚੀ ਉੱਚੀ, ਉਹ ਬਾਬਾ ਜਵਾਲਾ ਸਿੰਘ ਹੁਣ ਜਿੱਥੇ ਬੈਠੇ ਨਾ ਸਮਾਧੀ ਵਿੱਚ ਉੱਥੇ ਤੱਕ ਵੀ ਪਹੁੰਚਦੀ ਆ। ਇਸ ਕਰਕੇ ਤੁਸੀਂ ਨਾ ਗੱਲ ਹੌਲੀ ਕਰੋ ਤਾਂ ਜੋ ਮਹਾਂਪੁਰਖਾਂ ਦੀ ਸਮਾਧੀ ਨਾ ਖੁੱਲ੍ਹੇ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਬਾਬਾ ਸੁੰਦਰ ਸਿੰਘ ਜੀ ਉਸ ਪ੍ਰੇਮੀ ਨੂੰ ਕਹਿਣ ਲੱਗੇ, ਕਹਿੰਦੇ ਪ੍ਰੇਮੀਆਂ ਪਤਾ ਸਾਨੂੰ ਵੀ ਹੈ ਕਿ ਬਾਬਾ ਜਵਾਲਾ ਸਿੰਘ ਹੁਣੀ ਸਮਾਧੀ 'ਚ ਬੈਠੇ ਆ, ਪਰ ਇਹ ਉਹ ਸਮਾਧੀ ਨਹੀਂ ਹੈ ਜਿਹੜੀ ਗਾਲੀ ਗਲੋਚੀਆਂ ਦੇ ਨਾਲ ਟੁੱਟ ਜਾਵੇ। ਇੱਥੇ ਤਾਂ ਮੀਂਹ ਹਨੇਰੀਆਂ ਪੱਥਰ 'ਤੇ ਜਿਹੜੇ ਹੈਗੇ ਉਹ ਭਾਵੇਂ ਭੁਚਾਲ ਵੀ ਆ ਜਾਣ ਤਾਂ ਵੀ ਜਿਹੜੀ ਸਮਾਧੀ ਹੈਗੀ ਆ ਉਸ ਨੂੰ ਕੋਈ ਤੋੜ ਨਹੀਂ ਸਕਦਾ, ਕਿਉਂਕਿ ਮਹਾਂਪੁਰਖਾਂ ਦੀ ਸਮਾਧੀ ਹੈਗੀ। ਸਾਡੀ ਗਾਲੀਆਂ ਗਲੋਚਾਂ ਦੇ ਨਾਲ ਕੋਈ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਹੈਗਾ। ਸੋ ਜਦੋਂ ਇਹ ਗੱਲ ਜਿਹੜੀ ਸੀਗੀ ਇਹ ਬੀਬੀ ਬਲਵੰਤ ਕੌਰ ਨੇ ਸੁਣੀ, ਮਨ ਵਿੱਚ ਬੜੇ ਪ੍ਰਸੰਨ ਹੋਏ ਕਿ ਵਾਕਿਆ ਮਹਾਂਪੁਰਖਾਂ ਦੀ ਗੱਲ ਸਹੀ ਹੈ ਕਿ ਸਮਾਧੀ ਇੱਕ ਐਸੀ ਅਵਸਥਾ ਹੈਗੀ ਆ ਜਿੱਥੇ ਇਹ ਸਮਾਧੀ ਦਾ ਜਿਹੜਾ ਨਾ ਸੰਸਾਰ ਦਾ ਜਿੰਨਾ ਵੀ ਜੋ ਪ੍ਰਕਿਰਿਆ ਹੁੰਦੀ ਹੈ ਉਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਕਿਉਂਕਿ ਮਹਾਂਪੁਰਖ ਇੱਕ ਐਸੇ ਆਨੰਦ ਦੇ ਵਿੱਚ ਚਲੇ ਜਾਂਦੇ ਆ ਜਿਵੇਂ ਸਮੁੰਦਰ ਵਾ, ਸਮੁੰਦਰ ਦੇ ਉੱਤੇ ਜਾਂ ਜਵਾਰ ਭਾਟਾ ਆਉਂਦਾ, ਉਸ ਜਵਾਰ ਭਾਟੇ ਉੱਪਰ ਸਮੁੰਦਰ ਜਿਹੜਾ ਉੱਪਰਲਾ ਪਾਣੀ ਉਹ ਬੜਾ ਠਾਠਾ ਮਾਰਦਾ ਹੈਗਾ, ਉੱਚਾ ਨੀਵਾਂ ਵੱਡੀਆਂ ਵੱਡੀਆਂ ਛੱਲਾਂ ਦੇ ਰੂਪ ਦੇ ਵਿੱਚ ਉੱਭਰਦਾ ਹੈਗਾ। ਪਰ ਸਮੁੰਦਰ ਦੀ ਤਹਿ ਦਾ ਹੇਠਲਾ ਪਾਣੀ ਜਿਹੜਾ ਹੈ ਨਾ ਉਹ ਉਸੇ ਤਰ੍ਹਾਂ ਸ਼ਾਂਤ ਹੈ ਜਿਵੇਂ ਪਹਿਲੇ ਤਰ੍ਹਾਂ ਸ਼ਾਂਤ ਹੁੰਦਾ। ਉਸ ਹੇਠਲੇ ਪਾਣੀ ਨੂੰ ਉੱਪਰਲੇ ਪਾਣੀ ਦੀਆਂ ਜਿਹੜੀਆਂ ਨਾ ਛੱਲਾਂ ਉਹਦਾ ਕੋਈ ਗਿਆਨ ਨਹੀਂ ਹੁੰਦਾ। ਇਸ ਤਰ੍ਹਾਂ ਮਹਾਂਪੁਰਖਾਂ ਦੀ ਸਮਾਧੀ ਹੁੰਦੀ, ਕਿਉਂਕਿ ਮਹਾਂਪੁਰਖਾਂ ਦੀ ਜਿਹੜੀ ਸੁਰਤ ਧਿਆਨ ਹੁੰਦਾ ਇੰਨਾ ਗਹਿਰਾ ਹੁੰਦਾ ਹੈ ਨਾ ਕਿ ਉੱਪਰਲੀ ਦੁਨੀਆ ਦਾ ਜਿਹੜਾ ਹੈਗਾ ਉਹਨਾਂ ਨੂੰ ਕੋਈ ਖਬਰ ਨਹੀਂ ਹੁੰਦੀ। ਸੋ ਜਦ ਇਹ ਗੱਲਾਂ ਜਿਹੜੀਆਂ ਸੀ ਬੀਬੀ ਬਲਵੰਤ ਕੌਰ ਜੀ ਨੇ ਆਪਣੇ ਜੀਵਨ ਦੇ ਵਿੱਚ ਆਪ ਅੱਖੀਂ ਦੇਖੀਆਂ, ਫਿਰ ਉਹਨਾਂ ਨੇ ਨਾ ਬਾਬਾ ਜਵਾਲਾ ਸਿੰਘ ਹੁਣਾਂ 'ਤੇ ਬੜੀ ਸ਼ਰਧਾ ਹੋਈ। ਸੋ ਜਦ ਹੈ ਨਾ ਮਹਾਂਪੁਰਖਾਂ ਦੀ ਸਮਾਧੀ ਵਾਰ ਹੋਈ ਆ, ਫਿਰ ਹੈ ਨਾ ਬੀਬੀ ਬਲਵੰਤ ਕੌਰ ਜੀ ਨੇ ਹੈ ਨਾ ਬਾਬਾ ਜੀ ਨੂੰ ਪੁੱਛਿਆ ਸੀ ਕਿ ਬਾਬਾ ਜੀ ਤੁਸੀਂ ਹੈ ਨਾ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮਨ ਨੂੰ ਸ਼ਾਂਤੀ ਕਿਵੇਂ ਆਵੇ। ਅਤੇ ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਬੀਬੀ ਬਲਵੰਤ ਕੌਰ ਨੂੰ ਇਹ ਦੱਸਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਨਾ ਡਾਕਟਰੀ ਪਾਸ ਕੀਤੀ ਆ ਵਿੱਦਿਆ, ਉਹ ਤੋਂ ਬਾਅਦ ਤੁਹਾਡਾ ਜਿਹੜਾ ਰੁਝਾਨ ਸੀਗਾ ਹੈ ਨਾ ਉਹ ਇਸ ਵਿੱਦਿਆ ਨੂੰ ਪ੍ਰਾਪਤ ਕਰਨ ਵੱਲ ਵਧਿਆ ਹੈਗਾ ਕਿ ਕਿਵੇਂ ਜਿਹੜੇ ਹਨ ਮੁਰਦੀਆਂ ਬੰਦੇ ਆ ਉਹਨਾਂ ਦੀਆਂ ਰੂਹਾਂ ਨੂੰ ਬੁਲਾ ਕੇ ਤਾਂ ਲੋਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਕਰਾਈ ਜਾਵੇ। ਸੋ ਇਹ ਜਿਹੜੀਆਂ ਮੁਰਦੀਆਂ ਰੂਹਾਂ ਕਹਿੰਦੇ ਤੋਂ ਅਸੀਂ ਬੁਲਾ ਕੇ ਜਦੋਂ ਇਹ ਵਿੱਦਿਆ ਸਿੱਖਣੀ ਚਾਹੀ ਸੀਗੀ, ਉਸ ਤੋਂ ਬਾਅਦ ਤੁਸੀਂ ਦੱਸੋ ਕਿ ਜਦੋਂ ਤੋਂ ਤੁਸੀਂ ਇਹ ਵਿੱਦਿਆ ਦੇ ਵਿੱਚ ਆਪ ਪੈ ਗਏ ਸੀਗੇ ਤਾਂ ਤੁਹਾਨੂੰ ਕਿੰਨਾ ਸੁੱਖ ਮਿਲਿਆ, ਕਿੰਨੀ ਸ਼ਾਂਤੀ, ਕਿੰਨਾ ਆਨੰਦ ਆਇਆ। ਜਦ ਇਹ ਗੱਲ ਹੋਈ ਸੀ ਤਾਂ ਫਿਰ ਜਿਹੜੀ ਹੈ ਨਾ ਬੀਬੀ ਬਲਵੰਤ ਕੌਰ ਜਿਹੜੇ ਸੀਗੇ ਮਹਾਂਪੁਰਖਾਂ ਦਾ ਵਚਨ ਸੁਣ ਕੇ ਫਿਰ ਬੜੇ ਦੰਗ ਵੀ ਰਹਿ ਗਏ ਸੀਗੇ ਵੀ ਇਹ ਘਟਨਾ ਤਾਂ ਕੇਵਲ ਮੈਂ ਹੀ ਜਾਣਦੀ ਹਾਂ, ਪਰ ਮਹਾਂਪੁਰਖਾਂ ਨੂੰ ਕਿਵੇਂ ਪਤਾ ਹੈਗਾ ਕਿ ਮੈਂ ਮੁਰਦਿਆਂ ਦੀਆਂ ਰੂਹਾਂ ਨੂੰ ਬੁਲਾਉਣ ਦੀ ਜਿਹੜੀ ਉਹ ਵਿੱਦਿਆ ਹੈਗੀ ਉਹ ਵੀ ਸਿੱਖ ਰਹੀ ਸੀ। ਫਿਰ ਉਹਨੇ ਬਾਬਾ ਜਵਾਲਾ ਸਿੰਘ ਦੇ ਚਰਨ ਫੜ ਲਏ, ਕਹਿਣ ਲੱਗੀ ਕਿ ਮਹਾਂਪੁਰਖੋ ਮੈਂ ਤਾਂ ਭੁੱਲ ਗਈ ਹਾਂ। ਅਤੇ ਫਿਰ ਬਾਬਾ ਜਵਾਲਾ ਸਿੰਘ ਨੇ ਕਿਹਾ ਸੀਗਾ, ਕਹਿੰਦੇ ਬੀਬਾ ਦੇਖ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਨਾ ਇਹ ਭੂਤ ਖੇਡਾਂ ਹੈਗੀਆਂ। ਅਸਲ ਦੇ ਵਿੱਚ ਨਾਮ ਜਪਣਾ ਅਤੇ ਮਨ ਦਾ ਨਿਰਮਲ ਹੋਣਾ ਅਸਲ ਦੇ ਵਿੱਚ ਇਹੋ ਹੀ ਹੈ ਨਾ ਪਰਮੇਸ਼ਰ ਨੂੰ ਭਾਉਂਦਾ ਹੈ, ਇਹੋ ਹੀ ਸੱਚੀ ਬੰਦਗੀ ਆ ਅਤੇ ਇਹੋ ਹੀ ਸੱਚਾ ਪ੍ਰੇਮ ਉਸ ਅਕਾਲ ਪੁਰਖ ਦੇ ਨਾਲ ਹੈ। ਅਤੇ ਇਸ ਸੱਚ ਦੇ ਪ੍ਰੇਮ ਦੇ ਵਿੱਚ ਸਦਾ ਸਦੀਵੀ, ਸਦਾ ਖਿੜਾ, ਸਦਾ ਸ਼ਾਂਤੀ ਅਤੇ ਸਦਾ ਆਨੰਦ ਜਿਹੜਾ ਹੈਗਾ ਇਸੇ ਹੀ ਅਵਸਥਾ ਦੇ ਵਿੱਚ ਸਦਾ ਰਹਿੰਦਾ ਹੈਗਾ। ਜਦ ਇਹ ਜਿਹੜੇ ਬਚਨ ਸੀਗੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਫਿਰ ਬੀਬੀ ਬਲਵੰਤ ਕੌਰ ਨਾਲ ਸਾਂਝੇ ਕੀਤੇ ਸੀਗੇ, ਉਸ ਤੋਂ ਬਾਅਦ ਫਿਰ ਬੀਬੀ ਬਲਵੰਤ ਕੌਰ ਜਿਹੜੇ ਸੀਗੇ ਪੂਰਨ ਤੌਰ 'ਤੇ ਹੈ ਨਾ ਇਹ ਫਿਰ ਗੁਰਮਤਿ ਦੇ ਧਾਰਨੀ ਹੋ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਂਪੁਰਖਾਂ ਦੇ ਹਨ ਜਿੰਨੇ ਵੀ ਜਿਹੜੇ ਦਰਸ਼ਨ ਕੀਤੇ ਆ ਬਸ ਉਹਨੇ ਆਪਣਾ ਆਪ 'ਤੇ ਕੀ ਧਾਰਨਾ ਸੀਗੀਆਂ ਉਹਦੀਆਂ ਹੈ ਨਾ ਕੁੱਲਾਂ ਹੀ ਪਿਤਰੀਆਂ ਗਈਆਂ। ਇਸ ਤਰ੍ਹਾਂ ਇੱਕ ਹੈ ਨਾ ਸਰਦਾਰ ਚਰਨ ਸਿੰਘ ਜੀ ਹੋਏ ਆ ਠੇਕੇਦਾਰ ਬਿਜਲੀ ਬਣਾਉਣ ਦੇ, ਇਹ ਦਿੱਲੀ ਰਹਿੰਦੇ ਹੁੰਦੇ ਸੀਗੇ। ਇਹਨਾਂ ਨੇ ਨਾ ਆਪਣੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਸੀਗਾ ਅਤੇ ਇਹਨਾਂ ਦੇ ਘਰ ਦੇ ਵਿੱਚ ਹੈ ਨਾ ਜਿਹੜੀ ਸੀ ਉਹ ਬੱਚੇ ਦੀ ਬਹੁਤ ਕਮੀ ਸੀਗੀ। ਇਸ ਕਰਕੇ ਇਹਨਾਂ ਦੇ ਜਿਹੜੇ ਘਰ ਵਾਲੇ ਸੀਗੇ ਜਾਂ ਲੜਕਾ ਸੀਗਾ ਉਹਨੇ 2 ਸ਼ਾਦੀਆਂ ਕਰ ਲਈਆਂ ਸੀਗੀਆਂ ਅਤੇ ਉਹਨਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਚੇਚੇ ਤੌਰ 'ਤੇ ਬੁਲਾਇਆ ਸੀ। ਜਦੋਂ ਬਾਬਾ ਜਵਾਲਾ ਸਿੰਘ ਨਾ ਚਰਨ ਸਿੰਘ ਜਿਹੜੇ ਇਹ ਸੈਣੀ ਸੀਗੇ ਤਾਂ ਇਹਨਾਂ ਦੇ ਘਰ ਪਹੁੰਚੇ ਆ ਅਤੇ ਉੱਥੇ ਹੈ ਨਾ ਬਾਬਾ ਜੀ ਫਿਰ 3 ਦਿਨ ਰਹੇ ਇਹਨਾਂ ਦੇ ਘਰ ਦੇ ਵਿੱਚ। ਅਖੰਡ ਪਾਠ ਦਾ ਭੋਗ ਪਿਆ ਅਤੇ ਫਿਰ ਕੀਰਤਨ ਵੀ ਹੋਇਆ ਅਤੇ ਕਥਾ ਵਿਚਾਰਾਂ ਵੀ ਹੋਈਆਂ। ਉਸ ਤੋਂ ਬਾਅਦ ਜਦੋਂ ਬਾਬਾ ਜਵਾਲਾ ਸਿੰਘ ਜੀ ਜਿਹੜੇ ਹਨ ਭੋਗ ਤੋਂ ਬਾਅਦ ਜਦ ਪਲੰਘ 'ਤੇ ਬੈਠੇ ਸੀਗੇ ਤਾਂ ਸੋ ਇਸ ਪਰਿਵਾਰ ਨੇ ਬੇਨਤੀ ਕੀਤੀ ਸੀ ਬਾਬਾ ਜਵਾਲਾ ਸਿੰਘ ਅੱਗੇ ਕਿ ਕਿਰਪਾ ਕਰੋ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਸੋ ਇਹਨਾਂ ਦੀ ਪ੍ਰੇਮ, ਸੇਵਾ ਅਤੇ ਸ਼ਰਧਾ ਨੂੰ ਦੇਖ ਕੇ ਨਾ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਇਹਨਾਂ ਨੂੰ ਪੁੱਤਰ ਦਾ ਇੱਕ ਬਚਨ ਕਰ ਦਿੱਤਾ ਸੀਗਾ।
ਫਿਰ ਆਉਂਦੇ ਸਾਲ ਵੀ ਜਿਹੜਾ ਸੀ ਇਹਨਾਂ ਦੇ ਇੱਕ ਪੁੱਤਰ ਹੋਇਆ ਸੀਗਾ। ਇਸ ਤਰ੍ਹਾਂ ਇਹਨਾਂ ਬਾਬਾ ਜਵਾਲਾ ਸਿੰਘ ਹੁਣ ਦੇ ਜੀਵਨ ਦੇ ਅਨੇਕਾਂ ਜਿਹੜੇ ਪ੍ਰਸੰਗ ਹੈਗੇ ਆ ਉਹ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਮੇਂ ਸਮੇਂ 'ਤੇ ਸਾਂਝਾ ਕਰਦਾ ਰਹੇਗਾ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।